ਹੈਲੋ एवरीवन। ਅੱਜ ਦਾ ਆਪਣਾ ਟੌਪਿਕ ਹੈ ਜੀ ਚੌਥੇ ਚੈਪਟਰ ਦੇ ਵਿੱਚੋਂ ਬਿਜ਼ਨਸ ਸਟੱਡੀ ਦੇ +2 ਕਲਾਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ। ਉਹ ਹੈ ਜੀ ਫੀਚਰਸ ਆਫ ਸਾਇੰਟੀਫਿਕ ਮੈਨੇਜਮੈਂਟ। ਹੁਣ ਥੋੜ੍ਹਾ ਜਿਹਾ ਮੈਂ ਇਹਨੂੰ ਰੀਕੈਪ ਕਰੂੰਗਾ ਤਾਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਨਾਲ ਜੋੜ ਦੇਵਾਂ। ਜ਼ਿਆਦਾ ਸਮਾਂ ਨਹੀਂ ਲਊਂਗਾ, ਜਸਟ 20-30 ਸੈਕਿੰਡ। ਸਾਇੰਟੀਫਿਕ ਮੈਨੇਜਮੈਂਟ ਕੀ ਸੀਗਾ ਕਿ ਸਾਇੰਟੀਫਿਕ ਮੈਨੇਜਮੈਂਟ ਦੇ ਵਿੱਚ ਐਗਜ਼ੈਕਟਲੀ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਆਪਣੇ ਮੈਨ ਤੋਂ ਕੀ ਕਰਵਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਹਿਊਮਨ ਰਿਸੋਰਸ ਤੋਂ ਕੀ ਕਰਵਾਉਣਾ ਚਾਹੁੰਦੇ ਹੋ। ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਦੇਖਣਾ ਕਿ ਉਹ ਉਸ ਕੰਮ ਨੂੰ ਪਰਫੋਰਮ ਕਰਨ ਦੇ ਲਈ ਬੈਸਟ ਅਤੇ ਚੀਪੈਸਟ ਵੇ ਦੇ ਨਾਲ ਕੰਮ ਕਰਨ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਇੰਟੀਫਿਕ ਮੈਨੇਜਮੈਂਟ ਦੇ ਵਿੱਚ ਅਸੀਂ ਪੜ੍ਹੀਆਂ। ਹੁਣ ਜੇਕਰ ਅਸੀਂ ਇਹਦੇ ਫੀਚਰਸ ਦੀ ਗੱਲ ਕਰੀਏ ਤਾਂ ਫੀਚਰਸ ਕਿਹੜੇ ਕਿਹੜੇ ਹੋ ਸਕਦੇ। ਹੁਣ ਫੀਚਰਸ ਵੀ ਦੇਖੋ ਡੈਫੀਨੇਸ਼ਨ ਦੇ ਵਿੱਚੋਂ ਨਿਕਲ ਜਾਣੇ ਆ। ਸਭ ਤੋਂ ਪਹਿਲਾ ਫੀਚਰ ਜਿਹੜਾ ਇਹਦਾ ਇਹ ਹੈ ਜੀ, ਉਹ ਹੈ ਜੀ ਸਾਇੰਟੀਫਿਕ ਅਪਰੋਚ। ਕਿਉਂਕਿ ਦੇਖੋ ਇਹਦੇ ਵਿੱਚ ਅਸੀਂ ਕੀ ਕੀਤਾ, ਇਹਦੇ ਵਿੱਚ ਅਸੀਂ ਅਪਰੋਚ ਬਦਲੀ ਆ। ਕਿੰਨਾਂ ਦੀ ਅਪਰੋਚ ਬਦਲੀ ਹੈ? ਇੱਕ ਹਿਊਮਨ ਰਿਸੋਰਸ ਦੀ ਅਪਰੋਚ ਬਦਲੀ ਹੈ, ਇੱਕ ਮੈਨੇਜਮੈਂਟ ਦੀ ਅਪਰੋਚ ਬਦਲੀ ਹੈ। ਸੋ ਮੈਨੇਜਮੈਂਟ ਦੀ ਅਪਰੋਚ ਜਿਹੜੀ ਪਹਿਲਾਂ ਟਰੈਡੀਸ਼ਨਲ ਸੀ ਨਾ, ਉਹਨੂੰ ਟਰੈਡੀਸ਼ਨਲ ਤੋਂ ਚੇਂਜ ਕਰਦੇ ਹੋਏ ਅਸੀਂ ਸਾਇੰਟੀਫਿਕ ਲੈ ਕੇ ਆਏ ਹਾਂ। ਮਤਲਬ ਸਾਇੰਟੀਫਿਕ ਥਿਓਰੀਜ਼ ਨੂੰ, ਸਾਇੰਟੀਫਿਕ ਪ੍ਰਿੰਸੀਪਲਸ ਨੂੰ ਅਸੀਂ ਇੰਪਲੀਮੈਂਟ ਕੀਤਾ, ਜਿਹਦੇ ਨਾਲ ਜਿਹੜੀ ਆਪਣੀ ਅਪਰੋਚ ਹੈ ਮੈਨੇਜਮੈਂਟ ਦੇ ਪ੍ਰਤੀ ਉਹ ਸਾਇੰਟੀਫਿਕ ਹੋਈ। ਸੋ ਇਹ ਹੈ ਜੀ ਅਕੋਰਡਿੰਗ ਟੂ ਇਟ ਮੈਨੇਜਮੈਂਟ ਇਜ਼ ਟਰੂ ਸਾਇੰਸ ਆਫ ਵਰਕ, ਯਾਨੀ ਮੈਨੇਜਮੈਂਟ ਨੂੰ ਟਰੂ ਸਾਇੰਸ ਆਫ ਵਰਕ ਜਿਹੜਾ ਉਹ ਕਿਹਾ ਗਿਆ। ਸੋ ਸਭ ਤੋਂ ਪਹਿਲਾ ਫੀਚਰ ਇਹਦਾ ਇਹੀ ਹੈ ਜੀ ਕਿ ਅਸੀਂ ਸਾਇੰਟੀਫਿਕ ਅਪਰੋਚ ਨੂੰ ਇੰਪਲੀਮੈਂਟ ਕੀਤਾ ਹੈ, ਸਾਇੰਟੀਫਿਕ ਅਪਰੋਚ ਨੂੰ ਅਸੀਂ ਆਪਣੇ ਮੈਨੇਜਮੈਂਟ ਦੇ ਵਿੱਚ ਯੂਜ਼ ਕੀਤਾ ਹੈ। ਇਹ ਪਹਿਲਾ ਫੀਚਰ ਹੈ ਇਹਦਾ। ਦੂਸਰਾ ਫੀਚਰ ਹੈ ਜੀ ਰਿਪਲੇਸਮੈਂਟ ਆਫ ਟਰੈਡੀਸ਼ਨਲ ਮੈਥਡ। ਜਿਹੜੇ ਆਪਣੇ ਪੁਰਾਣੇ ਮੈਥਡ ਸੀ ਨਾ, ਕਿਉਂਕਿ ਜਦੋਂ ਅਸੀਂ ਪ੍ਰਿੰਸੀਪਲ ਆਫ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਜਾਂ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ ਤਕਰੀਬਨ ਸਾਰੇ ਦੇ ਸਾਰੇ ਟਰੈਡੀਸ਼ਨਲ ਮੈਥਡਸ ਹੀ ਯੂਜ਼ ਕੀਤੇ ਆ। ਸੋ ਉਹਨਾਂ ਟਰੈਡੀਸ਼ਨਲ ਮੈਥਡਸ ਨੂੰ ਰਿਪਲੇਸ ਕਰਦੇ ਹੋਏ ਅਸੀਂ ਆਪਣੇ ਸਾਇੰਟੀਫਿਕ ਮੈਥਡਸ ਜਿਹੜੇ ਆ ਉਹ ਲੈ ਕੇ ਆਏ ਆ। ਅਤੇ ਸਾਇੰਟੀਫਿਕ ਮੈਥਡਸ ਨੇ ਟਰੈਡੀਸ਼ਨਲ ਮੈਥਡਸ ਨੂੰ ਕੀ ਕੀਤਾ, ਰਿਪਲੇਸ ਕੀਤਾ ਹੈ। ਸੋ ਇਹ ਦੂਸਰਾ ਫੀਚਰ ਹੈ ਉਹਦਾ, ਜਿਹਦੇ ਵਿੱਚ ਅਸੀਂ ਟਰੈਡੀਸ਼ਨਲ ਮੈਥਡ ਨੂੰ ਛੱਡ ਕੇ ਸਾਇੰਟੀਫਿਕ ਅਪਰੋਚ ਅਤੇ ਸਾਇੰਟੀਫਿਕ ਮੈਥਡਸ ਨੂੰ ਯੂਜ਼ ਕਰ ਰਹੇ ਹਾਂ। ਇਹ ਦੂਸਰਾ ਫੀਚਰ ਹੈ। ਤੀਸਰਾ ਫੀਚਰ ਇਹਦਾ ਕੀ ਕਹਿੰਦਾ ਜੀ, ਡਿਵੈਲਪਮੈਂਟ ਆਫ ਵਨ ਬੈਸਟ ਵੇ। ਡਿਵੈਲਪਮੈਂਟ ਆਫ ਵਨ ਬੈਸਟ ਵੇ ਦਾ ਮਤਲਬ ਹੈ ਕਿ ਸਾਇੰਟੀਫਿਕ ਮੈਨੇਜਮੈਂਟ ਇਸ ਚੀਜ਼ ਦੇ ਉੱਪਰ ਸਟ੍ਰੈਸ ਕਰਦੀ ਹੈ, ਕਿਸੇ ਵੀ ਕੰਮ ਨੂੰ ਪਰਫੋਰਮ ਕਰਨ ਦੇ ਲਈ ਇੱਕ ਬੈਸਟ ਵੇ ਹੈ। ਬੈਸਟ ਵੇ ਕਿਹੜਾ ਹੋਏਗਾ? ਜਿਹਦੇ ਵਿੱਚ ਤੁਸੀਂ ਇਫੈਕਟਿਵਨੈਸ ਅਤੇ ਐਫੀਸ਼ੀਐਂਸੀ ਦੋਨਾਂ ਦੇ ਨਾਲ ਕੰਮ ਕਰੋਗੇ, ਜਿਹਦੇ ਵਿੱਚ ਤੁਸੀਂ ਸਮਾਂ ਵੀ ਬਚਾਓਗੇ ਪਲੱਸ ਤੁਸੀਂ ਕੁਆਲਿਟੀ ਵੀ ਮੇਨਟੇਨ ਕਰੋਗੇ। ਸੋ ਇਹ ਚੀਜ਼ਾਂ ਜ਼ਰੂਰ ਧਿਆਨ 'ਚ ਰੱਖਣੀਆਂ ਕਿ ਹਰ ਇੱਕ ਕੰਮ ਨੂੰ ਪਰਫੋਰਮ ਕਰਨ ਦੇ ਲਈ ਤੁਹਾਡੇ ਕੋਲ ਇੱਕ ਬੈਸਟ ਮੈਥਡ ਹੈ, ਤੁਸੀਂ ਉਸ ਬੈਸਟ ਮੈਥਡ ਦੇ ਨਾਲ ਹੀ ਉਸ ਕੰਮ ਨੂੰ ਪਰਫੋਰਮ ਕਰਨਾ ਹੈ। ਸੋ ਇਸ ਚੀਜ਼ ਦੇ ਉੱਪਰ ਸਟ੍ਰੈਸ ਕਰਦੀ ਹੈ ਸਾਇੰਟੀਫਿਕ ਮੈਨੇਜਮੈਂਟ, ਡਿਵੈਲਪਮੈਂਟ ਆਫ ਵਨ ਬੈਸਟ ਵੇ। ਚੌਥਾ ਜਿਹੜਾ ਫੀਚਰ ਆ ਜਾਂਦਾ ਜੀ ਇਹਦਾ, ਬੇਸਡ ਔਨ ਸਟ੍ਰਿਕਟ ਰੂਲਸ। ਬੇਸਡ ਔਨ ਸਟ੍ਰਿਕਟ ਰੂਲਸ ਦਾ ਮਤਲਬ ਹੈ ਕਿ ਇਹ ਜਿਹੜੇ ਪ੍ਰਿੰਸੀਪਲਸ ਅਤੇ ਥਿਓਰੀਜ਼ ਨੇ ਸਾਇੰਟੀਫਿਕ ਮੈਨੇਜਮੈਂਟ ਦੀਆਂ, ਇਹ ਬਹੁਤ ਡਿਟੇਲਡ ਸਟੱਡੀ ਦੇ ਬਾਅਦ, ਡਿਟੇਲਡ ਐਨਾਲਿਸਿਸ ਦੇ ਬਾਅਦ ਜਿਹੜੇ ਆ ਬਣਾਏ ਗਏ ਆ। ਸੋ ਇਸ ਕਰਕੇ ਇਹ ਬਹੁਤ ਸਟ੍ਰਿਕਟ ਤਰੀਕੇ ਦੇ ਨਾਲ, ਇਹ ਕਹਿ ਸਕਦੇ ਹਾਂ ਕਿ ਇਹ ਰੂਲਸ ਬੜੇ ਸਟ੍ਰਿਕਟ ਤਰੀਕੇ ਦੇ ਨਾਲ ਬਣਾਏ ਗਏ ਆ। ਸੋ ਦੈਟ ਇਜ਼ ਵਾਈ ਥੀਜ਼ ਆਰ ਸਟ੍ਰਿਕਟਲੀ ਇੰਪਲੀਮੈਂਟਡ। ਇਸ ਕਰਕੇ ਇਹਨਾਂ ਨੂੰ ਸਟ੍ਰਿਕਟਲੀ ਇੰਪਲੀਮੈਂਟ ਕੀਤਾ ਜਾਂਦਾ ਹੈ ਅਤੇ ਇਹ ਵੀ ਇਨਸ਼ੋਰ ਕੀਤਾ ਜਾਂਦਾ ਹੈ ਕਿ ਉਹ ਸਟ੍ਰਿਕਟਲੀ ਫੋਲੋ ਕੀਤੇ ਜਾਣ। ਸੋ ਇਸ ਕਰਕੇ ਤੁਸੀਂ ਧਿਆਨ ਰੱਖਣਾ ਕਿ ਜਿਹੜੇ FW ਟੇਲਰ ਦੇ ਜਿਹੜੇ ਪ੍ਰਿੰਸੀਪਲਸ ਅਤੇ ਥਿਓਰੀ ਸਟੱਡੀਆਂ ਉਹਨੇ ਸਾਨੂੰ ਦਿੱਤੀਆਂ, ਜਿਹੜੀਆਂ ਅਸੀਂ ਅੱਗੇ ਪੜ੍ਹਾਂਗੇ, ਉਹਨਾਂ ਥਿਓਰੀਜ਼ ਨੂੰ, ਉਹਨਾਂ ਪ੍ਰਿੰਸੀਪਲਸ ਨੂੰ ਬਹੁਤ ਡਿਟੇਲ ਸਟੱਡੀ ਤੋਂ ਬਾਅਦ ਬਣਾਇਆ ਗਿਆ। ਸੋ ਉਹਨਾਂ ਨੂੰ ਸਟ੍ਰਿਕਟਲੀ ਇੰਪਲੀਮੈਂਟ ਕਰਨਾ, ਇਹ ਚੌਥਾ ਫੀਚਰ ਹੈ ਜੀ ਇਹਦਾ। ਪੰਜਵਾਂ ਫੀਚਰ ਕੀ ਹੈ ਜੀ, ਕੰਪਰੀਹੈਂਸਿਵ। ਦੇਖੋ ਮੀਨਿੰਗ ਜਿਹੜਾ ਇਹਨਾਂ ਤੋਂ ਹੀ ਤੁਸੀਂ ਕੱਢ ਲੈਣਾ, ਜੋ ਇਹਦੀ ਹੈਡਿੰਗ ਪਈਆਂ ਹੋਈਆਂ ਨਾ, ਤੁਸੀਂ ਉਹਦੇ ਨਾਲ ਉਹਦੇ ਆਲੇ ਦੁਆਲੇ ਹੀ ਘੁੰਮਣਾ। ਜਿਵੇਂ ਕੰਪਰੀਹੈਂਸਿਵ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਡਿਟੇਲ ਦੇ ਵਿੱਚ ਸਮਝਾਉਣਾ। ਸੋ ਸਾਇੰਟੀਫਿਕ ਮੈਨੇਜਮੈਂਟ ਜਿਹੜੀ ਹੈ ਨਾ, ਉਹ ਕੀ ਆ, ਕੰਪਰੀਹੈਂਸਿਵ ਆ, ਡਿਟੇਲਡ ਸਟੱਡੀ ਆ, ਡਿਟੇਲਡ ਵਿਊ ਪੁਆਇੰਟ ਆ ਕਿਹਦਾ, ਟੂਵਰਡਸ ਮੈਨੇਜਮੈਂਟ। ਮੈਨੇਜਮੈਂਟ ਦੇ ਪ੍ਰਤੀ ਜਿਹੜਾ ਉਹਦਾ ਵਿਊ ਹੈ ਡਿਟੇਲ ਦੇ ਵਿੱਚ, ਉਸ ਚੀਜ਼ ਨੂੰ ਉਹਨੇ ਕੰਪਰੀਹੈਂਸਿਵ ਕਿਹਾ ਹੈ। ਸੋ ਇਹ ਪੰਜਵਾਂ ਫੀਚਰ ਆ ਜਾਂਦਾ ਹੈ ਜੀ। ਇਹਦੇ ਵਿੱਚ ਕੀ ਹੋਏਗਾ, ਜਿਹੜੇ ਮੈਨੇਜੀਰੀਅਲ ਫੰਕਸ਼ਨਸ ਨੇ, ਜਿਹੜੇ ਕਿ ਸਾਇੰਟੀਫਿਕ ਅਪਰੋਚ ਦੇ ਨਾਲ ਪਰਫੋਰਮ ਕੀਤੇ ਜਾਂਦੇ ਆ, ਉਹਨਾਂ ਦੀ ਗੱਲ ਕੀਤੀ ਗਈ ਆ। ਈਵਨ ਟ੍ਰੇਨਿੰਗ ਐਂਡ ਸਿਲੈਕਸ਼ਨ ਆਫ ਦ ਐਮਪਲੋਈ ਇਜ਼ ਡਨ ਵਿਦ ਦ ਹੈਲਪ ਆਫ ਸਾਇੰਟੀਫਿਕ ਮੈਥਡ। ਕਹਿੰਦੇ ਆ ਕਿ ਇੱਥੋਂ ਤੱਕ ਕਿ ਜਿਹੜੀ ਐਮਪਲੋਈਜ਼ ਦੀ ਟ੍ਰੇਨਿੰਗ ਆ, ਜਿਹੜੇ ਐਮਪਲੋਈਜ਼ ਦੀ ਸਿਲੈਕਸ਼ਨ ਆ, ਉਹ ਵੀ ਸਾਇੰਟੀਫਿਕ ਅਪਰੋਚ ਦੇ ਨਾਲ ਹੀ ਕੀਤੀ ਜਾਂਦੀ ਹੈ। ਸੋ ਇਹਦੇ ਵਿੱਚ ਦੇਖੋ ਬੇਸਿਕਲੀ ਕੀ ਸਮਝਾਇਆ ਗਿਆ ਕਿ ਸਾਇੰਟੀਫਿਕ ਮੈਨੇਜਮੈਂਟ ਇੱਕ ਕੰਪਰੀਹੈਂਸਿਵ ਵਿਊ ਪੁਆਇੰਟ ਹੈ ਟੂਵਰਡਸ ਮੈਨੇਜਮੈਂਟ। ਮੈਨੇਜਮੈਂਟ ਦੇ ਪ੍ਰਤੀ ਇੱਕ ਕੰਪਰੀਹੈਂਸਿਵ ਵਿਊ ਪੁਆਇੰਟ ਹੈ, ਡਿਟੇਲ ਸਟੱਡੀ ਹੈ, ਜਿਹਦੇ ਵਿੱਚ ਮੈਨੇਜੀਰੀਅਲ ਫੰਕਸ਼ਨਸ ਨੂੰ
ਸਾਇੰਟੀਫਿਕ ਅਪਰੋਚ ਦੇ ਨਾਲ ਪਰਫਾਰਮ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਟ੍ਰੇਨਿੰਗ ਤੇ ਸਿਲੈਕਸ਼ਨ ਜਿਹੜੀ ਹੈ ਐਮਪਲੋਈਜ਼ ਦੀ ਉਹ ਵੀ ਸਾਇੰਟੀਫਿਕ ਮੈਥਡਸ ਦੇ ਨਾਲ ਹੀ ਕੀਤੀ ਜਾਂਦੀ ਹੈ। ਸੋ ਇਹ ਇਹਦਾ ਪੰਜਵਾਂ ਫੀਚਰ ਹੈ ਜੀ। ਨੈਕਸਟ ਫੀਚਰ ਆ ਜਾਂਦਾ ਜੀ ਮੈਂਟਲ ਰੈਵੋਲੂਸ਼ਨ। ਦੇਖੋ ਮੈਂਟਲ ਰੈਵੋਲੂਸ਼ਨ ਬੜਾ ਇੰਪੋਰਟੈਂਟ ਪੁਆਇੰਟ ਹੈ। ਮੈਂਟਲ ਰੈਵੋਲੂਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਆਪਣਾ ਮਾइंड ਸੈਟਅਪ ਚੇਂਜ ਕਰ ਲੈਂਦੇ ਹਾਂ। ਸੋ ਇਹਦੇ ਵਿੱਚ ਬੇਸਿਕਲੀ ਸਟ੍ਰੈਸ ਇਸੇ ਚੀਜ਼ ਦੇ ਉੱਪਰ ਕੀਤਾ ਗਿਆ ਹੈ ਕਿਉਂਕਿ ਸਾਇੰਟੀਫਿਕ ਮੈਨੇਜਮੈਂਟ ਗਿਵਸ ਟੂ ਮਚ ਇੰਪੋਰਟੈਂਸ ਟੂ ਇਨੀਸ਼ੀਏਟ ਅ ਮੈਂਟਲ revolution among employees and managers towards their duties, functions, colleagues and their daily problems। यानी उन्होंने की करना है, उन्होंने सोच बदलनी है। उन्होंने मैंटल रेवोल्यूशन का मतलब है उन्होंने थिंकिंग चेंज कर देनी। और थिंकिंग चेंज करने के पिछे की है कि उन्हों का नज़रिया बदल देना किहदे प्रति, जिवें उन्होंने एम्पलॉयज़ ने या मैनेजर्स या ड्यूटीज़ के प्रति उन्हों का रवैया चेंज कर देना, ड्यूटीज़ के प्रति उन्होंने सोच बदल देनी, फंक्शनस के प्रति उन्होंने सोच बदल देनी, अपने कलीग्स के प्रति उन्होंने सोच बदल देनी, तो उन्होंने डेली प्रॉब्लम्स के प्रति जी उन्होंने सोच जी बदल देनी। इस चीज़ को असीं कहांगे कि वो एक मैंटल रैवोल्यूशन है जिहदे असीं की डिवेलप करते हैं, कोऑपरेशन डिवेलप करते हैं, कोऑर्डिनेशन डिवेलप करते हैं, तो अच्छे रिलेशन जिहड़े डिवेलप करते हैं। ये एक एग्जाम्पल है जी मैंटल रैवोल्यूशन का। सो बेसिकली साइंटिफिक मैनेजमेंट स्ट्रैस करता है मैंटल रैवोल्यूशन के उपर जिहदे तुसीं उन्हां दा रवैया चेंज करते हो या उन्हां दा एटीट्यूड चेंज करते हो उन्हां दे ड्यूटी के प्रति, फंक्शन के प्रति, कलीग्स के प्रति या फिर उन्हां दे डेली प्रॉब्लम्स के प्रति। नैक्सट जिहड़ा फीचर आ जाता जी स्पैसीफिक प्रिंसिपल्स। देखो स्पैसीफिक प्रिंसिपल्स का मतलब है कि साइंटिफिक मैनेजमेंट ने कुछ स्पैसीफिक प्रिंसिपल्स जिहड़े साडे सामने रखे आ। सो उन्हां प्रिंसिपल्स नूं असीं अपनी मैनेजमेंट दे विच जिहड़ा इंप्लीमेंट करते हैं। सो प्रिंसिपल्स अगे पढ़ांगे आपां। बेसिकली तुसीं सिर्फ इन्ना समझ के रखो कि FW टेलर ने कुछ स्पैसीफिक प्रिंसिपल्स साडे सामने दिते सीगे, जिहदा उन्होंने बुक का नाम ही उन्हें प्रिंसिपल्स ऑफ साइंटिफिक मैनेजमेंट रखा है। उस चीज़ नूं बहुत सारे प्रिंसिपल्स ने जिहड़े कि उन्हें अपने वास्ते इंप्लीमेंट किए हैं, खास करके 4 जिहड़े मेन प्रिंसिपल्स। सो ये है जी इसका 7वां फीचर कि उन्हें बहुत सारे स्पैसीफिक प्रिंसिपल्स जिहड़े आ वो सानू दिते आ, एक मैनेजमेंट नूं दिते आ। लास्ट जिहड़ा फीचर आ जाता है जी साइंटिफिक टैक्नीक्स। साइंटिफिक टैक्नीक्स का मतलब है कि साइंटिफिक मैनेजमेंट है सम स्पैसीफिक टैक्नीक्स। साइंटिफिक मैनेजमेंट के की है कुछ स्पैसीफिक टैक्नीक्स ने सच एज वर्क स्टडी। वर्क स्टडी का मतलब है काम नूं स्टडी करना, स्टैंडर्डाइजेशन स्टैंडर्ड किवें मेनटेन करना, सिंपलीफिकेशन काम नूं किवें सिंपल करना, साइंटिफिक फंक्शनल प्लैनिंग तो तुसीं अपने किवें तुसीं प्लैनिंग जिहड़ी साइंटिफिक तरीके दे नाल करनी है। सो ये बहुत सारिया टैक्नीक्स ने जिहड़ियां कि तुसीं प्रैक्टिकल फॉर्म दे विच साइंटिफिक मैनेजमेंट दे विच यूज़ करते हो। सो अगे तुसीं पढ़ोगे, मैं तुहानूं सिर्फ एक एग्जाम्पल दूँगा कि जिवें स्पैसीफिक टैक्नीक दे विच मैं एक एग्जाम्पल देना तुहानूं। देखो किसी भी एम्पलॉय नूं पे करने वास्ते असीं 2 तरह के मैथड यूज़ कर सकते हैं। एक तो पीस वेज रेट सिस्टम है, एक टाइम वेज रेट सिस्टम है। उस की होएगा जी, देखो पीस वेज रेट सिस्टम के की होएगा कि कोई भी एम्पलॉय जिन्ने पीस बनाएगा उन्होंने पीस के अकॉर्डिंग पे किया जाए। एट द एंड ऑफ द डे कि वो जिन्ने पीस बनाएगा उन्होंने उस पीस के अकॉर्डिंग जो वो पर पीस जो पे किया जाएगा। सो एक होंदा टाइम वेज रेट सिस्टम। टाइम वेज रेट सिस्टम के की होंदा है कि उन्होंने टाइम के अकॉर्डिंग जो पे किया जाता है। जो कोई 8 घंटे ड्यूटी करता है तो उन्होंने 8 के अकॉर्डिंग जो पे करना, प्लस जो कोई ओवर टाइम लाता तो उन्होंने ओवर टाइम भी देना। सो ये चीज़ां जी ये। सो मैं आस करदा कि तुहानूं ये फीचर्स जोड़े अच्छे तरीके दे नाल साइंटिफिक मैनेजमेंट समझ लगे होंगे। इस तरीके दे नाल मिलांगे अगली नैक्सट वीडियो दे विच।